ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨੇ ਪ੍ਰਮੰਨੇ ਨਾਮ ਪੇਸ਼ ਨੇ। ਪਹਿਲਾਂ ਚੁਣਵੀਆਂ ਖਬਰਾਂ। ਕੈਨੇਡਾ ਤੋਂ ਅਮਰੀਕਾ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਵਿੱਚ 6 ਭਾਰਤੀ ਗ੍ਰਿਫਤਾਰ। ਭਾਰਤ ਅਤੇ ਫਰਾਂਸ ਨੇ ਵਿਦਿਆਰਥੀਆਂ ਹੁਨਰਮੰਦ ਕਾਮਿਆਂ ਦੀ ਆਮਦ ਵਧਾਉਣ ਤੇ ਕੀਤੀ ਚਰਚਾ। ਯੂਕਰੇਨ ਵਿੱਚ ਵਧਿਆ ਪਰਮਾਣੂ ਹਮਲੇ ਦਾ ਖਤਰਾ। ਵਾਈਡਨ ਨੇ ਭਾਰਤੀ ਮੂਲ ਦੇ ਰਿਚਰਡ ਵਰਮਾ ਨੂੰ ਇੰਟੈਲੀਜੈਂਸ ਐਡਵਾਈਜ਼ਰੀ ਬੋਰਡ ਵਿੱਚ ਕੀਤਾ ਸ਼ਾਮਲ। ਅਮਰੀਕਾ ਨੇ ਕਰਾਚੀ ਵਿੱਚ ਹੋਏ ਆਤਮਘਾਤੀ ਹਮਲੇ ਦੀ ਕੀਤੀ ਸਖਤ ਨਿੰਦਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਤੋਂ ਅਮਰੀਕਾ ਵਿੱਚ ਤਸਕਰੀ ਕਰਨ ਦੀ ਅਸਫਲ ਕੋਸ਼ਿਸ਼ ਦੌਰਾਨ ਡੁੱਬਦੀ ਕਿਸ਼ਤੀ ਤੇ ਫੜੇ ਜਾਣ ਤੋਂ ਬਾਅਦ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ 19-21 ਸਾਲ ਦੇ 6 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੇਂਟ ਰੇਗਿਸ ਮੋਹੌਕ ਕਬਾਇਲੀ ਪੁਲਿਸ ਵਿਭਾਗ, ਅਕਵੇਸਾਨੇ ਮੋਹੌਕ ਪੁਲਿਸ ਸਰਵਿਸ ਅਤੇ ਹੌਗਨਸਬਰਗ ਐਕਸੇਸ ਫਾਸ ਨੇ ਵਲੰਟੀਅਰ ਫਾਇਰ ਡਿਪਾਰਟਮੈਂਟ, ਮਾਸੇਨਾ ਬਾਰਡਰ ਪੈਟਰੋਲ ਤੋਂ ਯੂਐਸ ਬਾਰਡਰ ਪੈਟਰੋਲ ਏਜੰਟਾਂ ਦੀ ਸਹਾਇਤਾ ਨਾਲ ਸਟੇਸ਼ਨ ਨੇ ਵੀਰਵਾਰ ਸਵੇਰੇ ਤੜਕੇ ਤਸਕਰੀ ਦੀ ਅਸਫਲ ਕੋਸ਼ਿਸ਼ ਦੇ ਸੰਬੰਧ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। 19 ਤੋਂ 21 ਸਾਲ ਦੀ ਉਮਰ ਦੇ ਭਾਰਤ ਦੇ 6 ਨਾਗਰਿਕ ਨੇ ਅਤੇ ਉਹਨਾਂ ਨੇ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਕੇ ਏਲੀਅਨ ਦੁਆਰਾ ਗਲਤ ਪ੍ਰਵੇਸ਼ ਦਾ ਦੋਸ਼ ਲਗਾਇਆ ਗਿਆ ਹੈ। 7ਵਾਂ ਵਿਅਕਤੀ ਸੰਯੁਕਤ ਰਾਜ ਦਾ ਇੱਕ ਨਾਗਰਿਕ ਹੈ ਜਿਸ ਤੇ ਏਲੀਅਨ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਿ ਇੱਕ ਕੋਰ ਅਪਰਾਧ ਹੈ ਅਤੇ ਹਰੇਕ ਉਲੰਘਣਾ ਲਈ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਪਿਛਲੇ ਹਫ਼ਤੇ ਸ਼ੱਕੀ ਗਤੀਵਿਧੀ ਦੀ ਸੂਚਨਾ ਇਕਵੇਸਾਨੇ ਮੋਹਾਕ ਪੁਲਿਸ ਸੇਵਾ ਨੂੰ ਦਿੱਤੀ ਗਈ ਸੀ, ਜਿਸ ਨੇ ਸੇਂਟ ਗੇਰਿਸ ਮੋਹਾਕ ਕਬਾਇਲੀ ਪੁਲਿਸ ਵਿਭਾਗ ਨੂੰ ਇੱਕ ਕਿਸ਼ਤੀ ਬਾਰੇ ਸੂਚਿਤ ਕੀਤਾ ਸੀ ਜਿਸ ਵਿੱਚ ਓਨਟਾਰੀਓ ਦੇ ਨੇੜੇ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਵੱਲ ਯਾਤਰਾ ਕਰਨ ਵਾਲੇ ਕਈ ਵਿਅਕਤੀ ਸ਼ਾਮਲ ਸਨ। ਸੇਂਟ ਰੇਗਿਸ ਮੋਹਾਕ ਕਬਾਇਲੀ ਪੁਲਿਸ ਵਿਭਾਗ ਨੇ ਜਵਾਬੀ ਕਾਰਵਾਈ ਕੀਤੀ ਅਤੇ ਜਹਾਜ਼ ਨੂੰ ਪਾਣੀ ਵਿੱਚ ਲਿਜਾਣ ਅਤੇ ਅਕਵੇਸਾਨੇ ਵਿੱਚ ਸੇਂਟ ਰੇਗਿਸ ਨਦੀ ਵਿੱਚ ਡੁੱਬਦੇ ਹੋਏ ਦੇਖਿਆ। ਸਹਾਇਤਾ ਲਈ ਕੀਤੀ ਗਈ ਕਾਲ ਦਾ ਜਵਾਬ ਦਿੰਦੇ ਹੋਏ ਬਾਰਡਰ ਪੈਟਰੋਲ ਏਜੰਟਾਂ ਨੇ HAVFT ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਪਾਇਆ ਕਿ ਕਿਸ਼ਤੀ ਲਗਭਗ ਪੂਰੀ ਤਰ੍ਹਾਂ ਪਾਣੀ ਦੇ ਅੰਦਰ ਸੀ। ਉਹਨਾਂ ਵਿੱਚੋਂ ਇੱਕ ਡੁੱਬਦੀ ਕਿਸ਼ਤੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਉਸਨੇ ਸਮੁੰਦਰੀ ਕਿਨਾਰੇ ਵੱਲ ਆਪਣਾ ਰਸਤਾ ਬਣਾ ਲਿਆ ਸੀ। ਭਾਰਤ ਤੇ ਫਰਾਂਸ ਨੇ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਅਤੇ ਪੇਸ਼ੇਵਰਾਂ ਦੀ ਆਮਦ ਨੂੰ ਸਾਂਝੇ ਤੌਰ ਤੇ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ਤੇ ਦੋਵਾਂ ਦੇਸ਼ਾਂ ਵਿਚਾਲੇ ਅਨਿਯਮਿਤ ਪ੍ਰਵਾਸ ਦਾ ਮੁਕਾਬਲਾ ਕਰਨ ਲਈ ਯਤਨਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੂਅਲ ਮੈਕਰੌਨ ਵਿਚਾਲੇ ਬੁੱਧਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਮੁਤਾਬਕ ਦੋਹਾਂ ਦੇਸ਼ਾਂ ਨੇ ਆਮਦ ਅਤੇ ਪ੍ਰਵਾਸ ਦੇ ਸਾਂਝੇਦਾਰੀ ਸਮਝੌਤੇ ਨੂੰ ਲਾਗੂ ਕਰਨ ਲਈ ਪੂਰੀ ਵਚਨਬੱਧਤਾ ਪ੍ਰਗਟਾਈ ਹੈ, ਜੋ 1 ਅਕਤੂਬਰ 2021 ਤੋਂ ਲਾਗੂ ਹੋਏਗਾ। ਇਸ ਸਮਝੌਤੇ ਦਾ ਉਦੇਸ਼ ਅਸਥਾਈ ਤੌਰ ਤੇ ਆਮਦ ਆਧਾਰਿਤ ਚੱਕਰੀ ਪ੍ਰਵਾਸ ਨੂੰ ਆਸਾਨ ਬਣਾਉਣਾ ਅਤੇ ਆਪਣੇ ਦੇਸ਼ ਵਿੱਚ ਹੁਨਰਾਂ ਦੀ ਵਾਪਸੀ ਨੂੰ ਉਤਸ਼ਾਹਿਤ ਕਰਨਾ ਹੈ। ਸੰਯੁਕਤ ਬਿਆਨ ਦੇ ਅਨੁਸਾਰ ਦੁਬੱਲੀ ਵਿਦਿਆਰਥੀ ਆਮਦ ਦੇ ਲਾਭਾਂ ਨੂੰ ਸਵੀਕਾਰ ਕਰਦੇ ਹੋਏ ਫਰਾਂਸ ਦਾ ਉਦੇਸ਼ 2025 ਤੱਕ 20,000 ਭਾਰਤੀ ਵਿਦਿਆਰਥੀਆਂ ਨੂੰ ਜੋੜਨ ਦਾ ਟੀਚਾ ਰੱਖਣਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਨਵੇਂ ਕਾਰੋਬਾਰ, ਸ਼ੁਰੂਆਤ ਅਤੇ ਨਵੀਨਤਾ ਦੇ ਮੌਕੇ ਪੈਦਾ ਹੋਣਗੇ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਵਿਦਿਆਰਥੀਆਂ, ਗ੍ਰੈਜੂਏਟਾਂ, ਪੇਸ਼ੇਵਰਾਂ ਅਤੇ ਹੁਨਰਮੰਦ ਕਾਮਿਆਂ ਦੀ ਆਮਦ ਨੂੰ ਵਧਾਉਣ ਦੇ ਨਾਲ-ਨਾਲ ਅਨਿਯਮਿਤ ਪ੍ਰਵਾਸ ਦਾ ਮੁਕਾਬਲਾ ਕਰਨ ਲਈ ਯਤਨਾਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਤੌਰ ਤੇ ਕੰਮ ਕਰਨਾ ਜਾਰੀ ਰੱਖਣਗੀਆਂ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਯੂਰਪੀ ਦੇਸ਼ਾਂ ਦੇ ਦੌਰੇ ਤੇ ਸਨ, ਜਿਸ ਦੇ ਆਖਰੀ ਪੜਾਅ ਵਿੱਚੋਂ ਫਰਾਂਸ ਆਏ ਸੀ। 70 ਦਿਨਾਂ ਤੋਂ ਜਾਰੀ ਯੂਕਰੇਨ ਜੰਗ ਵਿੱਚ ਪਰਮਾਣੂ ਹਮਲੇ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੈ। ਰੂਸ ਨੇ ਬੁੱਧਵਾਰ ਨੂੰ ਕਿਹਾ ਕਿ ਉਸਦੀ ਫੌਜ ਨੇ ਪਰਮਾਣੂ ਮਿਜ਼ਾਈਲਾਂ ਦਾਗਣ ਦਾ ਅਭਿਆਸ ਕੀਤਾ ਹੈ। ਸਿਮੂਲੇਟਰ ਤੇ ਆਧਾਰਿਤ ਪਰਮਾਣੂ ਮਿਜ਼ਾਈਲਾਂ ਦਾ ਇਹ ਅਭਿਆਸ ਰੂਸ ਦੇ ਕੈਲਿਨਗਰਾਦ ਵਿੱਚ ਕੀਤਾ ਗਿਆ। 70 ਦਿਨਾਂ ਤੋਂ ਜਾਰੀ ਰੂਸੀ ਯੂਕਰੇਨ ਜੰਗ ਵਿੱਚ ਹੁਣ ਤੱਕ 1000 ਲੋਕ ਮਾਰੇ ਗਏ ਨੇ ਅਤੇ 1.25 ਕਰੋੜ ਤੋਂ ਜ਼ਿਆਦਾ ਲੋਕ ਘਰ ਛੱਡ ਕੇ ਚਲੇ ਗਏ ਨੇ। ਘਰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਰੂਸ ਦੇ ਰੱਖਿਆ ਮੰਤਰਾਲੇ ਅਨੁਸਾਰ ਉਸਦੀ ਫੌਜ ਨੇ ਮਿਜ਼ਾਈਲ ਪ੍ਰਣਾਲੀਆਂ, ਹਵਾਈ ਖੇਤਰਾਂ ਅਤੇ ਮਿਜ਼ਾਈਲਾਂ ਦਾਗਣ ਵਿੱਚ ਸਮਰੱਥ ਸੁਰੱਖਿਅਤ ਬੁਨਿਆਦੀ ਢਾਂਚੇ ਜਿਹੇ ਟੀਚਿਆਂ ਤੇ ਇੱਕ ਤੋਂ ਜ਼ਿਆਦਾ ਹਮਲਿਆਂ ਦਾ ਅਭਿਆਸ ਕੀਤਾ। 24 ਫਰਵਰੀ ਨੂੰ ਯੂਕਰੇਨ ਤੇ ਹਮਲੇ ਦੇ ਬਾਅਦ ਤੋਂ ਦੋਵੇਂ ਦੇਸ਼ਾਂ ਦੇ ਵਿਚਾਲੇ ਜੰਗ ਜਾਰੀ ਹੈ। ਇਸ ਵਿਚਾਲੇ ਰੂਸ ਵੱਲੋਂ ਕਈ ਵਾਰ ਪਰਮਾਣੂ ਹਮਲੇ ਦੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਯੂਰਪੀ ਸੰਘ ਦੇ ਮੈਂਬਰ ਪੋਲੈਂਡ ਅਤੇ ਲਿਥੁਆਨੀਆ ਦੇ ਵਿਚਾਲੇ ਸਥਿਤ ਬਾਲਟਿਕ ਸਾਗਰ ਤੇ ਸਥਿਤ ਰੂਸੀ ਫੌਜ ਦੇ ਟਿਕਾਣੇ ਤੇ ਯੁੱਧ ਅਭਿਆਸ ਦੌਰਾਨ ਪਰਮਾਣੂ ਹਮਲੇ ਵਿੱਚ ਸਮਰੱਥ ਇਸਕੰਦਰ ਮਿਜ਼ਾਈਲ ਪ੍ਰਣਾਲੀ ਦੇ ਇਲੈਕਟ੍ਰੋਨਿਕ ਲਾਂਚ ਦਾ ਅਭਿਆਸ ਕੀਤਾ ਗਿਆ।
इस अभ्यास ਵਿੱਚ ਕਈ ਟਿਕਾਣਿਆਂ ਤੇ ਹਮਲੇ ਕੀਤੇ ਗਏ। परमाणु अभ्यास ਵਿੱਚ ਹਮਲੇ ਦੇ ਕਾਰਨ ਫੈਲਣ ਵਾਲੇ ਰਸਾਇਣਕ ਅਸਰ ਦਾ ਵੀ आकलन किया गया। इस अभ्यास में 100 तो ज़्यादा रूसी सैनिक और अफसर शामिल हुए। रूस के राष्ट्रपति पुतिन ने 24 फरवरी को यूक्रेन के हमले के बाद तो ही अपने देश की परमाणु फौज को हाई अलर्ट पर रखा है। उधर रूसी रक्षा हैडकुआटर क्रैमलिन ने कहा कि जेकर पश्चिमी देशों ने यूक्रेन में दखल दिता तो तेजी नाल बदला लिया जाएगा। जानकारों का कहना है कि रूस के सरकारी चैनल हाल ही में कई बार देश के परमाणु हथियारों की वरतों को लैके जनता को जाणू करवा चुके हैं। रूसी अखबार के संपादक और नोबल शांति पुरस्कार जेतू दिमित्री ने कहा कि 2 हफ्ते तो असीं अपने टैलीविजन स्क्रीन तो सुन रहे हाँ कि परमाणु गोदामां नूं खोलिया जाना चाहिए है। अमेरिकी राष्ट्रपति जो बाइडन ने भारतीय अमेरिकी रिचर्ड वर्मा नूं खुफिया सलाहकार बोर्ड के मैंबर वजों नामजद किया है, जाने कि इंटैलीजेंस एडवाइजरी बोर्ड दे विच। व्हाइट हाउस ने यह जानकारी दी है। अमेरिकी राष्ट्रपति की खुफिया सलाहकार परिषद उन्होंने दफ्तर का एक स्वतंत्र हिस्सा है। रिचर्ड वर्मा वर्तमान समय मास्ट कार्ड लई जनरल कौंसल ते ग्लोबल पब्लिक पॉलिसी के मुखी ने। इस भूमिका में संयुक्त राज्य अमेरिका ते दुनिया भर में कंपनी के कानूनी ते राजनीतिक कामां की देख रेख करते हैं। वर्मा ने पहला भारत में अमेरिकी राजदूत के रूप में काम किया है, जिथे उन्होंने सब तो वड्डे अमेरिकी कूटनीतिक कमिश्नर विचों एक की अगवाई की। नाल ही दुबले संबंधों में इतिहासक विकास का समर्थन किया। राज के साबका सहायक सकत्तर ते सैनेट के बहुमत के नेता के साबका राष्ट्रीय सुरक्षा सलाहकार वर्मा संयुक्त राज हवाई सेना के अनुभवी अधिकारी ने ते उन्होंने कई फौजी ते नागरिक पुरस्कार मिले ने। अमेरिका ने कराची के यूनीवर्सिटी में हुए उस आत्मघाती हमले की निंदा की है, जिस विच 3 चीनी विद्यार्थी और एक पाकिस्तानी चालक की मौत हो गई सी। अमेरिका ने कहा कि दुनिया में किते भी किया गया अतवादी हमला मानवता का अपमान है। बालिस्तान लिबरेशन आर्मी की एक बुरका पहनी औरत आत्मघाती हमलावार ने 26 अप्रैल को कराची यूनीवर्सिटी में विस्फोट करके यूनीवर्सिटी के एक वैन के परकच्चे उड़ा दिते सी। यह पाकिस्तान च चीनी नागरिकों को निशाना बना के किया गया हमला सी। अमेरिका विदेश विभाग के बुलारे नेड प्राइस ने बुधवार को अपने रोजाना न्यूज़ सम्मेलन में कहा कि असी पाकिस्तान में कराची यूनीवर्सिटी के खिलाफ अतवादी हमले की सख्त निंदा की सी। असी उस निंदा नूं मुड़ तो दोहराउंदे हां। अतवादी हमले किते भी होवे, ये हर जगह मानवता का अपमान है। प्राइस ने यह भी कहा कि पाकिस्तान के नाल अपने दो पक्षी संबंधों को अमेरिका महत्व देता है। हमले तो बाद पाबंदीशुदा BLA ने इसकी जिम्मेवारी लैण लई सोशल मीडिया का सहारा लिया और ऐलान किया कि हमलावार शारी बलूच नाम की उच्च सिੱਖਿਅਤ महिला सी, जिसते 2 छोटे बच्चे भी सन। अमेरिका के एक अध्ययन में दावा किया गया है कि ओमिक्रॉन कोरोना वायरस के पिछले वेरिएंट की तरह गंभीर हो सकता है। यह दावा अजे तक सामने आईयां धारणावां के उल्ट है कि वायरस का यह वेरिएंट ज्यादा इन्फैक्शन वाला पर घट गंभीर है। अध्ययन अजे प्रकाशित नहीं होया और 2 मई को रिसर्च स्क्वायर ते प्रिंपेट के रूप में पाया गया है। पहला वेरिएंट वेरिएंट को ज्यादा इन्फैक्शन पर SARS-CoV-2 के होर वेरिएंटा तो घट गंभीर दस्या गया सी। इस धारणा को परखण लई खोजकर्तावां ने सूबा पद्धरी टीकाकरण अंकड़ियां नूं 13 हस्पतालों समेत मैसाचुसेट्स की वड्डी सेहत देखभाल प्रणाली के गुणवत्ता कंट्रोल इलैक्ट्रॉनिक सेहत रिकॉर्ड नाल जोड़िया। मैसाचुसेट जनरल हस्पताल, मिनरवा यूनीवर्सिटी और हार्वर्ड मैडिकल स्कूल के खोजकर्तावां समेत अध्ययन दल ने फिर कोरोना के 1,30,000 मरीजों का SARS-CoV-2 दी सारियां लहरां विच हस्पताल च दाखल होने ते मौतां दे जोखम की तुलना की। अमेरिका के विदेश मंत्री एंटनी ब्लिंकन कोरोना की लपेट में आ गए ने। पिछले कई दिनों तो ब्लिंकन ने राष्ट्रपति जो बाइडन नाल निजी तौर पर मुलाकात नहीं की है। सेंटर फॉर डिसीज कंट्रोल एंड प्रिवेंशन की गाइडलाइंस के अनुसार राष्ट्रपति उन्होंने करीबी संपर्क में नहीं आए ने। गौर करने वाली गल है कि कुछ दिन पहला ब्लिंकन यूक्रेन के दौरे पर गए सी ते उन्होंने यूक्रेन के राष्ट्रपति जेलेंस्की नाल मुलाकात करने का मौका भी मिलिया सी। विदेश मंत्री वालों इस गल की जानकारी दी गई कि एंटनी ब्लिंकन कोरोना पॉजिटिव पाए गए ने ते हुण ओह अपने काम नूं वर्चुअली करनगे। ब्लिंकन पूरी तरह नाल कोरोना वैक्सीन नाल सुरक्षित ने। उन्हां विच कोरोना के हल्के लक्षण महसूस हो रहे हैं। राष्ट्रपति जो बाइडन काफ़ी समय तो ब्लिंकन के संपर्क में नहीं आए हैं। विदेश मंत्रालय के बुलारे नेड प्राइस ने दस्सिया कि ब्लिंकन चाइनी पॉलिसी ते भाषण नहीं देंगे। बयान जारी करके कहा गया कि विदेश मंत्री जल्द ही अपने विभाग में परतणगे। गौर करने वाली गल है कि शनिचरवार नूं
ਨੀਡ ਪ੍ਰਾਈਸ ਅਤੇ ਐਂਟਨੀ ਬਲਿੰਕਨ ਨੇ ਖੁਦ ਨੂੰ ਕੁਝ ਸਮੇਂ ਲਈ ਘਰ ਤੇ ਹੀ ਆਈਸੋਲੇਟ ਕਰ ਲਿਆ ਹੈ। ਇੱਥੋਂ ਹੀ ਵਰਚੁਅਲ ਸਰੋਤਾਂ ਰਾਹੀਂ ਕੰਮ ਕਰ ਰਹੇ ਨੇ। ਦੱਸ ਦਈਏ ਕਿ ਬਲਿੰਕਨ ਤੋਂ ਪਹਿਲਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਹਾਲਾਂਕਿ ਪਿਛਲੇ ਹਫ਼ਤੇ ਉਹ ਕੰਮ ਤੇ ਵਾਪਸ ਪਰਤ ਆਏ ਨੇ। ਉਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਪਿਛਲੇ ਹਫ਼ਤੇ ਹੀ ਕਮਲਾ ਹੈਰਿਸ ਪੋਜ਼ਿਟਿਵ ਹੋਏ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਰੂਸੀ ਹਵਾਈ ਹਮਲਿਆਂ ਨਾਲ ਯੂਕਰੇਨ ਦੇ ਕਈ ਸ਼ਹਿਰ ਬੁਰੀ ਤਰ੍ਹਾਂ ਤਬਾਹ ਹੋ ਗਏ ਨੇ। ਇਸ ਦੌਰਾਨ ਇੱਕ ਮੀਡੀਆ ਰਿਪੋਰਟ ਵਿੱਚ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਨੇ ਯੂਕਰੇਨ ਦੇ ਅੰਦਰ ਰੂਸੀ ਜਨਰਲਾਂ ਦੀ ਖੁਫੀਆ ਜਾਣਕਾਰੀ ਸਾਂਝੀ ਕਰਕੇ ਕੀਵ ਫੌਜ ਦੀ ਮਦਦ ਕੀਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਕਿ ਅਮਰੀਕਾ ਨੇ ਕਥਿਤ ਤੌਰ ਤੇ ਕੀਵ ਨੂੰ ਰੂਸ ਦੇ ਮੋਬਾਈਲ ਫੌਜੀ ਹੈੱਡਕੁਆਰਟਰ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੋਬਾਈਲ ਹੈੱਡਕੁਆਰਟਰ ਨੂੰ ਅਕਸਰ ਵਿਵਾਦ ਵਾਲੇ ਖੇਤਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ। ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਕਿ ਕੀਵ ਨੇ ਇਸ ਡੇਟਾ ਨੂੰ ਆਪਣੀ ਖੁਫੀਆ ਜਾਣਕਾਰੀ ਨਾਲ ਜੋੜ ਕੇ ਤੋਪਖਾਨੇ ਦੇ ਹਮਲੇ ਜਾਂ ਹੋਰ ਹਮਲੇ ਦੇ ਕੀਤੇ, ਜਿਸ ਦੇ ਨਤੀਜੇ ਵਜੋਂ ਕਈ ਰੂਸੀ ਕਮਾਂਡਿੰਗ ਅਫਸਰ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕਿੰਨੇ ਰੂਸੀ ਜਨਰਲ ਮਾਰੇ ਗਏ ਨੇ। ਅਮਰੀਕੀ ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਅਸਲ ਵਿੱਚ ਕਿੰਨੇ ਰੂਸੀ ਜਨਰਲ ਅਮਰੀਕੀ ਮਦਦ ਨਾਲ ਮਾਰੇ ਗਏ ਸਨ। ਉਸਨੇ ਇਹ ਵੀ ਖੁਲਾਸਾ ਨਹੀਂ ਕੀਤਾ ਕਿ ਕੀ ਵਾਸ਼ਿੰਗਟਨ ਦੁਆਰਾ ਰੂਸੀ ਕਮਾਂਡ ਹੈੱਡਕੁਆਰਟਰ ਤੇ ਡੇਟਾ ਪ੍ਰਾਪਤ ਕਰਨ ਲਈ ਵਰਤੇ ਗਏ ਤਰੀਕਿਆਂ ਦੀ ਵਰਤੋਂ ਇਸ ਚਿੰਤਾ ਦੇ ਕਾਰਨ ਕੀਤੀ ਗਈ ਸੀ ਕਿ ਹੋਰ ਖੁਫੀਆ ਜਾਣਕਾਰੀ ਨੂੰ ਰੋਕ ਸਕਦਾ ਹੈ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਮਾਸਕੋ ਅਤੇ ਕੀਵ ਵਿਚਕਾਰ ਸੰਘਰਸ਼ ਦੇ ਦੌਰਾਨ ਯੂਐਸ ਏਜੰਸੀਆਂ ਨੇ ਰੂਸੀ ਸੈਨਿਕਾਂ ਦੀ ਗਤੀ ਦਾ ਪਤਾ ਲਗਾਉਣ ਲਈ ਕਲਾਸੀਫਾਈਡ ਅਤੇ ਵਪਾਰਕ ਸੈਟੇਲਾਈਟਾਂ ਸਮੇਤ ਕਈ ਸਰੋਤਾਂ ਤੇ ਭਰੋਸਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਜਨਰਲਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਕਥਿਤ ਸਹਾਇਤਾ ਯੂਕਰੇਨ ਨੂੰ ਅਸਲ ਸਮੇਂ ਦੀ ਜੰਗੀ ਖੁਫੀਆ ਜਾਣਕਾਰੀ ਪ੍ਰਦਾਨ ਕਰਨ ਲਈ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੁਆਰਾ ਇੱਕ ਸ਼੍ਰੇਣੀਬੱਧ ਕੋਸ਼ਿਸ਼ ਦਾ ਹਿੱਸਾ ਸੀ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਬੁਲਾਰਾ ਐਡਰਾਈਨ ਨੇ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ। ਇਹ ਦਾਅਵਾ ਕਰਦਾ ਹੈ ਕਿ ਰੂਸੀ ਜਨਰਲਾਂ ਨੂੰ ਮਾਰਨ ਦੇ ਇਰਾਦੇ ਨਾਲ ਯੂਕਰੇਨ ਦੀ ਫੌਜ ਨੂੰ ਯੂਐਸ ਦੇ ਯੁੱਧ ਖੇਤਰ ਦੀ ਖੁਫੀਆ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ ਸੀ। ਤਾਇਵਾਨ ਨੇ ਅਮਰੀਕਾ ਤੋਂ ਐਂਟੀ ਸਬਮਰੀਨ ਹੈਲੀਕਾਪਟਰ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਤਾਇਵਾਨ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਕਿ ਉਸਨੇ ਸੰਯੁਕਤ ਰਾਸ਼ਟਰ ਤੋਂ ਉન્નਤ ਨਵੇਂ ਐਂਟੀ ਸਬਮਰੀਨ ਹੈਲੀਕਾਪਟਰ ਖਰੀਦਣ ਦੀ ਯੋਜਨਾ ਨੂੰ ਇਹ ਕਹਿੰਦੇ ਹੋਏ ਛੱਡ ਦਿੱਤਾ ਕਿ ਉਹ ਬਹੁਤ ਮਹਿੰਗੇ ਨੇ। ਤਾਇਵਾਨ ਨੇ ਪਹਿਲਾਂ ਕਿਹਾ ਸੀ ਕਿ ਉਹ ਲੌਕਹੀਡ ਮਾਰਟਿਨ ਕਾਰਪੋਰੇਸ਼ਨ ਯੂਨਿਟ ਸਿਕੋਰਸਕੀ ਦੁਆਰਾ ਬਣਾਏ ਗਏ 12 MH-60R ਐਂਟੀ सबमरीन ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਿਹਾ। ਹਾਲਾਂਕਿ ਤਾਇਵਾਨ ਮੀਡੀਆ ਦਾਅਵਾ ਕਰ ਰਿਹਾ ਹੈ ਕਿ ਅਮਰੀਕਾ ਨੇ ਇਹਨਾਂ ਹੈਲੀਕਾਪਟਰਾਂ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਤਾਇਵਾਨ ਦੀਆਂ ਜ਼ਰੂਰਤਾਂ ਦੇ ਮੁਤਾਬਕ ਨਹੀਂ ਸੀ। ਤਾਇਵਾਨ ਦੇ ਰੱਖਿਆ ਮੰਤਰੀ ਚੀ ਕੋਊ ਚਿੰਗ ਨੇ ਸਭ ਤੋਂ ਪਹਿਲਾਂ ਹੈਲੀਕਾਪਟਰ ਮਾਮਲੇ ਦਾ ਹਵਾਲਾ ਦਿੱਤਾ ਜਦੋਂ ਸੰਸਦ ਵਿੱਚ ਤਾਇਵਾਨ ਦੁਆਰਾ ਨਵੇਂ ਅਮਰੀਕੀ ਹਥਿਆਰਾਂ ਦੀ ਖਰੀਦ ਵਿੱਚ ਹਾਲ ਹੀ ਵਿੱਚ ਬਦਲਾਅ ਬਾਰੇ ਪੁੱਛਿਆ ਗਿਆ। ਕੀਮਤ ਬਹੁਤ ਜ਼ਿਆਦਾ ਹੈ, ਸਾਡੇ ਦੇਸ਼ ਦੀ ਸਮਰੱਥਾ ਦੀ ਸੀਮਾ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਕਿ 2 ਹੋਰ ਹਥਿਆਰਾਂ ਦੀ ਖਰੀਦ ਵਿੱਚ ਦੇਰੀ ਹੋਈ ਹੈ। ਅਮਰੀਕਾ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਇਸ ਮਹੀਨੇ ਪੂਰਬੀ ਯੂਕਰੇਨ ਦੇ ਵੱਡੇ ਹਿੱਸੇ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਦੱਖਣੀ ਸ਼ਹਿਰ ਖੇਰਸਨ ਨੂੰ ਇੱਕ ਸੁਤੰਤਰ ਖੇਤਰ ਵਜੋਂ ਮਾਨਤਾ ਦੇਣ ਦੀ ਤਿਆਰੀ ਵੀ ਕਰ ਰਿਹਾ ਹੈ। ਇੱਥੇ ਰੂਸੀ ਫੌਜ ਨੇ ਖਾਰਕਿਵ ਤੇ ਫਿਰ ਤੋਂ ਬੰਬਾਰੀ ਕੀਤੀ ਹੈ। ਪੂਰਬੀ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਦੋਂ ਕਿ ਡੋਨੇਸਟਕ ਦੇ ਗਵਰਨਰ ਨੇ ਕਿਹਾ ਕਿ ਮੰਗਲਵਾਰ ਨੂੰ ਇੱਥੇ ਰੂਸੀ ਬੰਬਾਰੀ ਵਿੱਚ 9 ਨਾਗਰਿਕ ਮਾਰੇ ਗਏ। ਯੂਰਪ ਵਿੱਚ ਰੱਖਿਆ ਅਤੇ ਸਹਿਯੋਗ ਸੰਗਠਨ ਲਈ ਅਮਰੀਕੀ ਰਾਜਦੂਤ ਮਾਈਕਲ ਕਾਰਪੈਂਟਰ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। ਉਸਨੇ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਸੂਚਨਾ ਮਿਲੀ ਹੈ ਕਿ ਰੂਸ ਅਖੌਤੀ ਡੋਨੇਸਟਕ ਅਤੇ ਲੁਹਾਨਸਕ ਗਣਰਾਜਾਂ ਵਿੱਚ ਝੂਠੇ ਜਨਮਤ ਸੰਗ੍ਰਹਿ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਸੰਕੇਤ ਮਿਲੇ ਹਨ ਕਿ ਰੂਸ ਖੇਰਸਨ ਸ਼ਹਿਰ ਵਿੱਚ ਵੀ ਆਜ਼ਾਦ ਵੋਟਿੰਗ ਕਰ ਸਕਦਾ ਹੈ। ਕਾਰਪੈਂਟਰ ਨੇ ਕਿਹਾ ਇਸ ਤਰ੍ਹਾਂ ਦੇ ਝੂਠੇ ਜਨਮਤ ਸੰਗ੍ਰਹਿ ਜਾਲੀ ਵੋਟਿੰਗ ਨੂੰ ਜਾਇਜ਼ ਨਹੀਂ ਮੰਨਿਆ ਜਾਏਗਾ ਤੇ ਨਾ ਹੀ ਯੂਕਰੇਨ ਦੇ ਕਿਸੇ ਵੀ ਖੇਤਰ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨੂੰ ਜਾਇਜ਼ ਠਹਿਰਾਇਆ ਜਾਏਗਾ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੇ ਦੱਖਣ ਪੱਛਮੀ ਸ਼ਹਿਰ ਓਡੇਸਾ ਵਿੱਚ ਅਮਰੀਕਾ ਅਤੇ ਯੂਰਪੀ ਦੇਸ਼ਾਂ ਵੱਲੋਂ ਭੇਜੇ ਗਏ ਡਰੋਨ, ਮਿਜ਼ਾਈਲਾਂ ਅਤੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਹ ਯੂਕਰੇਨ ਨੂੰ ਸਪਲਾਈ ਕੀਤੇ ਗਏ ਸੀ, ਜਿਨ੍ਹਾਂ ਨੂੰ ਮਿਜ਼ਾਈਲ ਨਾਲ ਨਸ਼ਟ ਕਰ ਦਿੱਤਾ ਗਿਆ ਸੀ। ਰੂਸੀ ਫੌਜ ਨੇ ਬੀਤੇ 24 ਘੰਟਿਆਂ ਦੀ ਕਾਰਵਾਈ ਵਿੱਚ ਵੱਖ-ਵੱਖ ਸਥਾਨਾਂ ਤੇ ਕੁੱਲ 600 ਯੂਕਰੇਨੀ ਫੌਜੀਆਂ ਤੇ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਮੁਤਾਬਕ ਇਸ ਦੌਰਾਨ ਮਿਜ਼ਾਈਲ ਹਮਲੇ ਵਿੱਚ ਮੱਧ ਯੂਕਰੇਨ ਵਿੱਚ ਬਣੀ ਕਾਨਾਤੋਵੋ ਹਵਾਈ ਪੱਟੀ ਤੇ ਉੱਥੇ ਲੱਗੇ ਯੰਤਰ ਨਸ਼ਟ ਹੋ ਗਏ।
ਦੱਖਣੀ ਯੂਕਰੇਨ ਦੇ ਸ਼ਹਿਰ ਮੀਕੋਲਾਈਵ ਵਿੱਚ ਬਣਿਆ ਹਥਿਆਰਖਾਨਾ ਵੀ ਰੂਸੀ ਮਿਜ਼ਾਈਲਾਂ ਨੇ ਨਸ਼ਟ ਕਰ ਦਿੱਤਾ ਹੈ। ਇਸ ਹਥਿਆਰਖਾਨੇ ਵਿੱਚ ਵਿਦੇਸ਼ੀ ਹਥਿਆਰ ਹੋਣ ਦੇ ਸੰਕੇਤ ਮਿਲੇ ਸੀ। ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਉਸਨੇ ਰੂਸ ਦੇ ਕਬਜ਼ੇ ਵਿੱਚ ਚਲੇ ਗਏ ਦੱਖਣ ਦੇ ਕਈ ਇਲਾਕੇ ਵਾਪਸ ਖੋਹੇ ਗਏ ਇਲਾਕੇ ਖੇਰਾਸਨ ਤੇ ਮੀਕੋਲਾਈਵ ਦੇ ਹਨ। ਇਸ ਦੇ ਨਾਲ ਹੀ ਪੂਰਬੀ ਯੂਕਰੇਨ ਦੇ ਡੋਨਬਾਸ ਵਿੱਚ ਰੂਸੀ ਫੌਜ ਦੇ 11 ਹਮਲੇ ਨਾਕਾਮ ਕਰ ਦਿੱਤੇ ਗਏ। ਡੋਨਬਾਸ ਵਿੱਚ ਰੂਸੀ ਹਮਲਿਆਂ 'ਚ 5 ਨਾਗਰਿਕ ਮਾਰੇ ਗਏ ਤੇ 25 ਜ਼ਖਮੀ ਹੋਏ ਨੇ। ਇਨ੍ਹਾਂ ਹਮਲਿਆਂ 'ਚ ਕਈ ਘਰਾਂ ਤੇ ਸਕੂਲਾਂ ਨੂੰ ਨੁਕਸਾਨ ਹੋਇਆ ਹੈ। ਮਾਰੀਉਪੋਲ ਦੀ ਅਜ਼ਵੋਸਟਾਲ ਸਟੀਲ ਫੈਕਟਰੀ ਦੇ ਅੰਦਰ ਆਮੋ ਸਾਹਮਣੇ ਦੀ ਲੜਾਈ ਜਾਰੀ ਹੈ। ਬੁੱਧਵਾਰ ਦੇਰ ਸ਼ਾਮ ਰੂਸੀ ਫੌਜੀ ਸੈਕਟਰੀ ਕੰਪਲੈਕਸ ਵਿੱਚ ਵੜ ਆਏ ਨੇ। ਉੱਥੇ ਸੁਰੰਗਾਂ 'ਚ ਲੁਕੇ ਯੂਕਰੇਨੀ ਫੌਜੀਆਂ ਤੇ ਲੜਾਕਿਆਂ ਨਾਲ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਹੈ, ਜਦਕਿ ਰੂਸੀ ਫੌਜ ਨੇ ਸਟੀਲ ਫੈਕਟਰੀ ਤੇ ਹਮਲੇ ਤੋਂ ਇਨਕਾਰ ਕੀਤਾ ਹੈ। ਦੁਨੀਆ ਦੀ ਵੱਡੀ ਆਬਾਦੀ ਭੁੱਖਮਰੀ ਦੀ ਹਾਲਾਤ ਵਿੱਚ ਵੱਧ ਰਹੀ ਹੈ। ਬੀਤੇ ਇੱਕ ਸਾਲ ਵਿੱਚ 4 ਕਰੋੜ ਲੋਕ ਦਾਣੇ ਲਈ ਮੁਹਤਾਜ ਹੋਏ ਨੇ। ਇਹ ਦਾਅਵਾ ਯੂਨਾਈਟਿਡ ਨੇਸ਼ਨ ਦੇ ਇੱਕ ਰਿਪੋਰਟ ਵਿੱਚ ਕੀਤਾ ਗਿਆ। UN ਦੀ ਇੱਕ ਸੰਸਥਾ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਦੁਨੀਆ ਭਰ 'ਚ ਭੁੱਖਮਰੀ ਨਾਲ ਜੂਝ ਰਹੇ ਲੋਕਾਂ ਦਾ ਅੰਕੜਾ ਸਾਹਮਣੇ ਆਇਆ। ਰਿਪੋਰਟ ਦੀ ਮੰਨੀਏ ਤਾਂ ਇਸ ਸਮੇਂ ਦੁਨੀਆ ਦੀ ਕੁੱਲ 19.3 ਕਰੋੜ ਆਬਾਦੀ ਭੁੱਖਮਰੀ ਵਿੱਚ ਜੀ ਰਹੀ ਹੈ। ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੀ ਰਿਪੋਰਟ ਮੁਤਾਬਕ 53 ਮੁਲਕ ਭੁੱਖਮਰੀ ਦੀ ਇਸ ਪਰੇਸ਼ਾਨੀ ਨਾਲ ਜੂਝ ਰਹੇ ਨੇ, ਪਰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ, ਇਥੋਪੀਆ, ਯਮਨ ਅਤੇ ਅਫਗਾਨਿਸਤਾਨ ਵਿੱਚ ਹਾਲਾਤ ਸਭ ਤੋਂ ਵੱਧ ਗੰਭੀਰ ਨੇ। ਇਸ ਭੁੱਖਮਰੀ ਕਾਰਨ ਦੁਨੀਆ ਦੀ ਵੱਡੀ ਆਬਾਦੀ ਮੌਤ ਦੇ ਮੂੰਹ ਵਿੱਚ ਜਾ ਸਕਦੀ ਹੈ। ਰਿਪੋਰਟ ਵਿੱਚ ਰੂਸ ਯੂਕਰੇਨ ਜੰਗ ਨੂੰ ਕੌਮਾਂਤਰੀ ਮਹਿੰਗਾਈ ਵਧਣ ਦਾ ਵੱਡਾ ਕਾਰਨ ਮੰਨਿਆ ਗਿਆ। ਦਰਅਸਲ ਰੂਸ ਯੂਕਰੇਨ ਦੋਵੇਂ ਹੀ ਖੇਤੀ ਵਿੱਚ ਵਰਤੇ ਜਾਣ ਵਾਲੇ ਉਤਪਾਦਾਂ ਤੋਂ ਲੈ ਕੇ ਕਣਕ, ਸੂਰਜਮੁਖੀ ਦਾ ਤੇਲ ਤੇ ਖਾਦ ਦੇ ਵੱਡੇ ਨਿਰਯਾਤਕ ਨੇ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਭੁੱਖਮਰੀ ਦੇ ਮਾਮਲਿਆਂ ਵਿੱਚ ਸੋਮਾਲੀਆ, ਕਾਂਗੋ ਸਣੇ ਰੂਸ ਯੂਕਰੇਨ ਤੋਂ ਕਣਕ ਆਯਾਤ ਕਰਨ ਵਾਲੇ ਦੇਸ਼ਾਂ ਦੀ ਹਾਲਤ ਸਭ ਤੋਂ ਵੱਧ ਖਰਾਬ ਹੈ। ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਕਰੈਕਸ਼ਨ ਅਫਸਰ ਬਿਕਰਮਦੀਪ ਸਿੰਘ ਰੰਧਾਵਾ ਦਾ ਕਤਲ ਗਲਤ ਪਛਾਣ ਕਾਰਨ ਹੋਇਆ ਸੀ। ਇਹ ਦਾਅਵਾ ਕਰਦਿਆਂ ਡੈਲਟਾ ਪੁਲਿਸ ਨੇ ਰੰਧਾਵਾ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨੇ ਸ਼ੱਕੀਆਂ ਦੀ ਪਛਾਣ ਕਰ ਲਈ ਹੈ ਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਨਾਲ ਹੀ ਦੱਸਿਆ ਕਿ ਰੰਧਾਵਾ ਨੂੰ ਹਮਲਾਵਰ ਲੋਅਰ ਮੈਨਲੈਂਡ ਵਿੱਚ ਚਲਦੀ ਗੈਂਗਵਾਰ ਵਿੱਚ ਸ਼ਾਮਲ ਸ਼ਖਸ ਸਮਝ ਬੈਠੇ ਸਨ। ਇਸ ਦੇ ਚਲਦਿਆਂ ਹੀ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਪਰ ਉਹ ਪੁਲਿਸ ਦੇ ਸ਼ਿਕੰਜੇ 'ਚੋਂ ਨਹੀਂ ਬਚ ਸਕਦੇ। ontario ਵਿੱਚ 2 ਜੂਨ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਭਖਣਾ ਸ਼ੁਰੂ ਹੋ ਗਿਆ, ਜਿਸ ਦੇ ਲਈ ਸੂਬੇ ਦੀਆਂ 4 ਪ੍ਰਮੁੱਖ ਸਿਆਸੀ ਪਾਰਟੀਆਂ ਨੇ ਰਸਮੀ ਤੌਰ ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਚੋਣ ਪ੍ਰਚਾਰ ਦੇ ਪਹਿਲੇ ਦਿਨ ਪੀਸੀ ਪਾਰਟੀ ਵੱਲੋਂ ਇਟਵੋਬੀਕੋ ਵਿੱਚ ਰੈਲੀ ਕੀਤੀ ਗਈ, ਜਦਕਿ ਐਨਡੀਪੀ, ਲਿਬਰਲ ਤੇ ਗ੍ਰੀਨ ਪਾਰਟੀ ਦੇ ਨੇਤਾਵਾਂ ਨੇ ਵੀ ਵੱਖ-ਵੱਖ ਥਾਵਾਂ ਤੇ ਰੈਲੀਆਂ ਕਰਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ। ontario ਦੀਆਂ 43ਵੇਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ 4 ਪ੍ਰਮੁੱਖ ਪਾਰਟੀਆਂ ਨੇ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਵੱਖ-ਵੱਖ ਥਾਵਾਂ ਤੇ ਰੈਲੀਆਂ ਕੀਤੀਆਂ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇੜੇ ਗੋਲਾਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੋ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਇਹ ਖੂਨ ਖਰਾਬਾ ਬੁੱਧਵਾਰ ਨੂੰ ਰਿਵਰਸਾਈਡ ਸ਼ਹਿਰ ਦੇ PRS ਸਟਰੀਟ ਦੇ 11000 ਬਲਾਕ ਦੇ ਸਵੇਰੇ 2:15 ਤੇ ਹੋਇਆ, ਜਿੱਥੇ ਲਾ ਸੀਏਰਾ ਯੂਨੀਵਰਸਿਟੀ ਦੇ ਨੇੜੇ ਦੇ ਖੇਤਰ ਵਿੱਚ ਗੋਲਾਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰੀਆਂ ਨੇ 2 ਲੋਕਾਂ ਨੂੰ ਗੋਲੀਆਂ ਨਾਲ ਜ਼ਖਮੀ ਪਾਇਆ। ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜੇ ਨੂੰ ਹਸਪਤਾਲ ਭੇਜ ਦਿੱਤਾ ਗਿਆ। ਕੁਝ ਮਿੰਟਾਂ ਬਾਅਦ ਅਧਿਕਾਰੀਆਂ ਨੇੜਲੇ ਫ੍ਰੀਵੇ ਆਫ ਰੈਂਪ ਤੇ ਫਲੈਗ ਕੀਤਾ ਤੇ ਇੱਕ ਹੋਰ ਵਿਅਕਤੀ ਜਿਸ ਨੂੰ ਕਈ ਗੋਲੀਆਂ ਲੱਗੀਆਂ ਸਨ ਨੂੰ ਹਸਪਤਾਲ ਲਿਜਾਇਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਕੋਵਿਡ ਕਾਰਨ 47 ਲੱਖ ਭਾਰਤੀਆਂ ਦੀ ਮੌਤ ਹੋਈ, 4,08,000 ਨਹੀਂ, ਜਿਵੇਂ ਕਿ ਸਰਕਾਰ ਨੇ ਦਾਅਵਾ ਕੀਤਾ। ਵਿਗਿਆਨ ਝੂਠ ਨਹੀਂ ਬੋਲਦਾ, PM ਮੋਦੀ ਬੋਲਦੇ ਨੇ। ਉਹਨਾਂ ਪਰਿਵਾਰ ਦਾ ਸਨਮਾਨ ਕਰੋ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ। ਜ਼ਰੂਰੀ ਤੌਰ ਤੇ 4 ਲੱਖ ਮੁਆਵਜ਼ੇ ਨਾਲ ਉਹਨਾਂ ਦਾ ਸਮਰਥਨ ਕਰੋ। ਇਸ ਨਾਲ ਰਾਹੁਲ ਗਾਂਧੀ ਨੇ WHO ਦੀ ਰਿਪੋਰਟ ਵੀ ਜੋੜੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੈਨਸ਼ਨ ਦੇ ਮਾਮਲੇ ਤੇ ਮੋਦੀ ਸਰਕਾਰ ਨੂੰ ਘੇਰਿਆ ਸੀ। ਉਹਨਾਂ ਸਾਬਕਾ ਸੈਨਿਕਾਂ ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਾ ਮਿਲਣ ਦਾ ਮੁੱਦਾ ਉਠਾਇਆ। ਸਾਬਕਾ ਕਾਂਗਰਸ ਪ੍ਰਧਾਨ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਸਿੱਧੇ ਤੌਰ ਤੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸੈਨਿਕਾਂ ਤੇ ਦੇਸ਼ ਦਾ ਅਪਮਾਨ ਕਰ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਮਿਲੀ USA TV। ਸਤਿ ਸ੍ਰੀ ਅਕਾਲ।